एह बाणी जो जियों जाने तिस अंतर रवे हर नामा बाणी गुरु गुरु है बाणी विच बाणी अमृत सारे गुर बाणी कहे सेवक जन माने परतख गुरु निस्तारे बाणी बिरलो विचार सी जे को गुरमुख होए एह बाणी महापुरख की निज कर वासा होए कन्नड़ा महल्ला पंजवा कर तीजा एक ओंकार सतगुर प्रसाद कथिय संत संग प्रभ ज्ञान पूरन परम ज्योत परमेश्वर सिमरत पाइय मान रहाओ आवत जात रहे श्रम नासे सिमरत साधु संग पतित पुनीत होए खिन भीतर पार बरम के रंग जो जो कथे सुने हर कीर्तन ताकि दुर्मत नाश सगल मनोरथ पावे नानक पूरन होवे आस जो जो कथे सुने हर कीर्तन ताकि दुर्मत नाश सगल मनोरथ पावे नानक पूरन होवे आस। वाहिगुरु जी का खालसा वाहिगुरु जी की फतेह। ये पावन शब्द जो कानड़ा राग अंदर पंजवें पातशाह
ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 1300 ਅੰਗ ਤੇ ਦਰਜ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਭਾਈ ਹਰਦੇਵ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਬਾਲਾ ਸਾਹਿਬ ਆਪ ਜੀ ਨੂੰ ਸਰਵਨ ਕਰਵਾਉਣਗੇ। ਕਰੋਨੇ ਦੀ ਇਸ ਮਹਾਮਾਰੀ ਦੇ ਸਮੇਂ ਜੋ ਸੇਵਾਵਾਂ ਸੱਚੇ ਪਾਤਸ਼ਾਹ ਨੇ ਆਪਣੇ ਗੁਰਸਿੱਖਾਂ ਦੀ ਝੋਲੀ ਵਿੱਚ ਪਾਈਆਂ ਨੇ, ਇਹਨਾਂ ਸੇਵਾਵਾਂ ਦੇ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਕੱਲ ਵੀ ਬੇਨਤੀ ਕੀਤੀ ਗਈ ਸੀ ਕਿ ਜਿਹੜੇ ਰੋਟੀਆਂ ਬਣਾਉਣ ਵਾਲੀਆਂ ਮਸ਼ੀਨਾਂ ਬਣਾਉਂਦੇ ਨੇ, ਚਪਾਤੀ ਮਸ਼ੀਨ, ਜੇ ਕੋਈ ਸੇਵਾ ਕਰ ਸਕੇ ਉਸ ਦਾ ਵੀ ਧੰਨਵਾਦ, ਜਾਂ ਕੋਈ ਇਹ ਦੱਸ ਦੇਵੇ ਕਿ ਕਿੱਥੋਂ ਵਧੀਆ ਮਸ਼ੀਨ ਛੇਤੀ ਮਿਲ ਸਕਦੀ ਹੈ। 3-4 ਮਸ਼ੀਨਾਂ ਦੀ ਲੰਗਰ ਵਾਸਤੇ ਜ਼ਰੂਰਤ ਹੈ। ਦਿੱਲੀ ਕਮੇਟੀ ਆਪ ਉਸ ਦੀ ਕੀਮਤ ਦੇ ਕੇ ਖਰੀਦੇਗੀ। ਇਹ ਇੱਕ ਬੇਨਤੀ ਹੈ ਸਾਰਿਆਂ ਵਾਸਤੇ। ਦੂਸਰਾ, ਉਹਨਾਂ ਮਹਾਪੁਰਸ਼ਾਂ ਨੂੰ, ਸਾਧੂਆਂ ਨੂੰ, ਸੰਤ ਜਨਾਂ ਨੂੰ ਬੇਨਤੀ ਹੈ ਜਿਹੜੇ ਆਨੰਦਪੁਰ ਸਾਹਿਬ ਦੇ ਰਸਤੇ ਵਿੱਚ, ਪਟਨਾ ਸਾਹਿਬ ਦੇ, ਹਜੂਰ ਸਾਹਿਬ ਦੇ, ਸ਼੍ਰੀ ਹੇਮਕੁੰਟ ਸਾਹਿਬ ਦੇ ਰਸਤੇ ਵਿੱਚ ਲੰਗਰ ਲਾਉਂਦੇ ਨੇ। ਅਗਰ ਅੱਜ ਜੋ ਦੁਬਾਰਾ ਫਿਰ ਮਜ਼ਦੂਰ ਲੋਕ ਪੈਦਲ ਚੱਲ ਪਏ ਨੇ, ਜੇ ਉਹਨਾਂ ਵਾਸਤੇ ਉਹ ਲੰਗਰ ਦੀ ਸੇਵਾ ਕਰ ਸਕਣ ਤੇ ਜੋ ਵੀ ਉਹਨਾਂ ਨੂੰ ਸਹਿਯੋਗ ਹੋਵੇਗਾ ਉਹ ਦਿੱਲੀ ਕਮੇਟੀ ਦੇਵੇਗੀ। ਉਹ ਦਿੱਲੀ ਕਮੇਟੀ ਦਾ ਸਹਿਯੋਗ ਕਰਨ ਜਾਂ ਸਹਿਯੋਗ ਦਿੱਲੀ ਕਮੇਟੀ ਤੋਂ ਲੈਣ। ਯਤਨ ਹੈ ਕਿ ਜਿਹੜੇ ਸਫ਼ਰ ਵਿੱਚ ਲੋਕ ਨੇ, ਜੇ ਉਹਨਾਂ ਨੂੰ ਰਾਹ ਪੈਂਦੇ ਵੀ ਆਪਾਂ ਪ੍ਰਸ਼ਾਦਾ ਦੇ ਸਕੀਏ। ਇਹ ਅੱਜ ਦੇ ਸਮੇਂ ਦੀ ਇੱਕ ਵੱਡੀ ਲੋੜ ਹੈ। ਇੱਕ ਬੇਨਤੀ ਹੋਰ ਹੈ ਕਿ ਅੱਜ ਹਰ ਪਾਸੇ ਸਿੱਖੀ ਦੀ ਜੈ ਜੈਕਾਰ ਹੈ। ਸੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਕੋਈ ਵੀ ਸੱਜਣ ਨਿੱਕਰਾਂ ਪਾ ਕੇ ਗੁਰਦੁਆਰੇ ਆਉਣ ਦੀ ਖੇਚਲ ਨਾ ਕਰੇ। ਸੰਸਾਰ ਤੁਹਾਡੀ ਇੱਜ਼ਤ ਕਰਦਾ, ਤੁਸੀਂ ਆਪਣੀ ਸਿੱਖੀ ਦਾ ਮਜ਼ਾਕ ਕਰਦੇ ਹੋ। ਬੱਚਿਆਂ ਨੇ ਨਵਾਂ ਕੰਮ ਫੜ ਲਿਆ ਕਿ ਬੀਬੀਆਂ ਭੈਣਾਂ ਵਾਂਗ ਗੁੱਤ ਦੇ ਕੋਲ ਜੂੜਾ ਕਰ ਲਿਆ। ਸੋ ਬਰਾਏ ਮਿਹਰਬਾਨੀ ਐਸਾ ਕੋਈ ਵੀ ਬੱਚਾ ਗੁਰਦੁਆਰਾ ਸਾਹਿਬ ਨਾ ਆਵੇ। ਸੋਹਣੇ ਜੂੜੇ ਕਰਕੇ, ਕੇਸ ਕੰਘਾ ਕਰਕੇ, ਸੋਹਣੀਆਂ ਦਸਤਾਰਾਂ ਸਜਾ ਕੇ ਗੁਰੂ ਦੇ ਪਿਆਰੇ ਬੱਚੇ ਬਣ ਕੇ ਆਓ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਤੁਸੀਂ ਛੋਟੇ ਵੀਰ ਹੋ। ਸੋ ਸੋਹਣੇ ਸਰੂਪ ਬਣਾ ਕੇ ਗੁਰਦੁਆਰੇ ਆਓ। ਤੀਸਰੀ ਬੇਨਤੀ ਹੈ ਕਿ ਜਿਹੜੀ ਵੀ ਸੰਗਤ ਆਉਂਦੀ ਹੈ ਭਾਈ ਬੈਠਣ ਦੀ ਖੇਚਲ ਨਾ ਕਰੋ, ਕਿਉਂਕਿ 20 ਆਦਮੀਆਂ ਤੋਂ ਵੱਧ ਕਾਨੂੰਨੀ ਤੌਰ ਤੇ ਅਲਾਉਡ ਨਹੀਂ ਹੈ। ਸੋ ਇਸ ਕਰਕੇ ਚਲੇ ਜਾਓ ਤਾਂ ਕਿ ਤੁਹਾਡੀ ਜਗ੍ਹਾ ਕੋਈ ਦੂਸਰਾ ਆ ਕੇ ਮੱਥਾ ਟੇਕ ਸਕੇ। ਜੇ ਆਪ ਜੀ ਚਾਹੁੰਦੇ ਹੋ ਕਿ ਜਿਵੇਂ ਮੈਂ ਮੱਥਾ ਟੇਕਿਆ ਕੋਈ ਹੋਰ ਵੀ ਟੇਕ ਲਵੇ, ਤਾਂ ਫਿਰ ਇਹ ਹੀ ਹੈ ਕਿ 2-4-5 ਮਿੰਟ ਬੈਠੋ ਔਰ ਫਿਰ ਚਲੇ ਜਾਓ ਤਾਂ ਕਿ ਦੂਸਰੇ ਨੂੰ ਮੱਥਾ ਟੇਕਣ ਦਾ ਮੌਕਾ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮ ਸਮਰਥਾ ਕਾਰਨ ਕਰਨ, ਢਾਕਨ ਢਾਕ ਗੋਬਿੰਦ ਗੁਰ ਮੇਰੇ।
ਮੋਹ ਅਪਰਾਧੀ ਸ਼ਰਨ ਚਰਨ, ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ, ਠੌਰ ਨਾਹੀ ਵਿਸ਼ ਢੀਠ ਮੁਕਰਨ, ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ, ਕੋਟ ਅਗਾਧ ਤੇਰੋ ਨਾਮ ਹਰਨ, ਹਮਰਾ ਸੁਆਓ ਸਦਾ ਸਦ ਭੂਲਨ, ਤੁਮਰੋ ਬਿਰਦ ਪਤਿਤ ਉਦਾਹਰਣ, ਕਰੁਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ, ਹਮਰਾ ਸੁਆਓ ਸਦਾ ਸਦ ਭੂਲਨ, ਤੁਮਰੋ ਬਿਰਦ ਪਤਿਤ ਉਦਾਹਰਣ, ਕਰੁਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਐਸੀਆਂ ਵਡਿਆਈਆਂ ਦੇ ਮਾਲਕ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਔਰ ਮੀਡੀਆ ਦੇ ਰਾਹੀਂ ਘਰ ਵਿੱਚ ਬੈਠ ਕੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਨਾਲ ਸੁਰਤ ਕਰਕੇ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਧੁਰ ਕੀ ਬਾਣੀ ਦਾ ਕੀਰਤਨ ਸਰਵਣ ਕਰ ਜੀਵਨ ਦੇ ਵਿੱਚੋਂ ਸਮੇਂ ਨੂੰ ਸਫਲਾ ਬਣਾਉਣ ਦੇ ਬਹੁਤ ਹੀ ਸ਼ਲਾਘਾਯੋਗ ਆਹਰ ਵਿੱਚ ਲੱਗੀ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਅਤੀ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਜਿੱਥੇ ਆਪ ਜੀ ਨੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ, ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਸਮਾਂ ਹੋਇਆ ਹੈ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜੀਵਾਰ ਸ਼ਬਦ ਦੀ ਵਿਚਾਰ ਦਾ ਵਿਚਾਰ ਅਧੀਨ ਸ਼ਬਦ, ਜਿਸ ਦਾ ਪਾਠ ਆਪ ਜੀ ਨੇ ਗੁਰੂ ਸਵਾਰਿਆਂ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ
ਤਿਨਾਂ ਦੁਆਰਾ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਰਾਗ ਕਾਨੜਾ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 1300 ਉੱਪਰ ਸੁਭਾਇਮਾਨ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਡੇ ਤੇ ਕਿਰਪਾ ਕਰਦੇ ਹੋਏ ਬਹੁਤ ਹੀ ਪਿਆਰੀ ਸਿੱਖਿਆ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਸਕੇ ਕਿ ਉਸ ਪਾਰ ਬ੍ਰਹਮ ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ ਉਹਦੇ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋ ਗੱਲਾਂ ਸਾਡੇ ਸਾਹਮਣੇ ਮੁੱਖ ਤੌਰ ਤੇ ਰੱਖੀਆਂ ਨੇ। ਉਹ ਕਿਹੜੀਆਂ ਗੱਲਾਂ ਨੇ? ਗੁਰੂ ਕਿਰਪਾ ਦੇ ਨਾਲ ਆਪਾਂ ਰਲ ਮਿਲ ਕੇ ਵਿਚਾਰ ਸਕੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲੋਂ ਆਓ ਸਾਰੇ ਹੀ ਰਲ ਮਿਲ ਕੇ ਮਨੋਬਿਰਤੀਆਂ ਨੂੰ ਕਰੀਏ ਇਕਾਗਰ, ਸੁਰਤ ਨੂੰ ਟਿਕਾਈਏ ਗੁਰੂ ਦੇ ਸ਼ਬਦ ਦੇ ਵਿੱਚ, ਦਰ ਘਰ ਦੀ ਚੱਲੀ ਆ ਰਹੀ ਮਰਿਆਦਾ ਨੂੰ ਸੰਪੂਰਨ ਕਰਦੇ ਹੋਏ ਬਾਅਦਬ ਸਤਿਕਾਰ ਸਹਿਤ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਨੜਾ ਮਹਿਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਕਾਨੜਾ ਰਾਗ ਦੇ ਵਿੱਚ ਇਸ ਅੰਮ੍ਰਿਤ ਬਾਣੀ ਨੂੰ ਉਚਾਰਨ ਕੀਤਾ ਹੈ, ਸੁਰ ਤਾਲ ਦੇ ਤੀਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਸ਼ਬਦ ਦੇ ਆਰੰਭ ਤੋਂ ਪਹਿਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਖੇਪ ਮੰਗਲ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪ੍ਰਮਾਤਮਾ ਇੱਕ ਹੈ, ਸਦੀਵੀ ਹੋਣ ਵਾਲਾ ਹੈ। ਉਹ ਪ੍ਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਉਸ ਪ੍ਰਮਾਤਮਾ ਦੇ ਮਿਲਾਪ ਦਾ ਸਾਧਨ ਹੈ ਗੁਰੂ ਦੀ ਕਿਰਪਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਥੀਐ ਸੰਤ ਸੰਗ ਪ੍ਰਭ ਗਿਆਨ। ਕਥੀਏ ਸੰਤ ਸੰਗ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਤ ਜਨਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਦੀ ਸੰਗਤ ਦਾ ਜ਼ਿਕਰ ਕੀਤਾ। ਸਾਹਿਬ ਕਿਰਪਾਲੂ ਜੀ ਬਖਸ਼ਿਸ਼ ਕਰਦੇ ਨੇ ਕਿ ਸੰਤ ਜਨਾਂ ਦੀ ਸੰਗਤ ਦੇ ਵਿੱਚ ਟਿਕ ਕੇ, ਕਥੀਏ ਤੋਂ ਭਾਵ ਹੈ ਵਿਚਾਰ ਕਰਨੀ ਚਾਹੀਦੀ ਹੈ, ਗੱਲ ਕਰਨੀ ਚਾਹੀਦੀ ਹੈ, ਗੱਲ ਤੋਰਨੀ ਚਾਹੀਦੀ ਹੈ। ਕਿਸ ਚੀਜ਼ ਦੀ? ਸਾਹਿਬ ਜੀ ਕਹਿੰਦੇ ਨੇ ਪ੍ਰਭ ਗਿਆਨ, ਪਰਮਾਤਮਾ ਦੇ ਗੁਣਾਂ ਦੀ ਗੱਲ ਕਰਨੀ ਚਾਹੀਦੀ ਹੈ, ਪਰਮਾਤਮਾ ਦੇ ਗੁਣਾਂ ਦੀ ਗੱਲ ਤੋਰਨੀ ਚਾਹੀਦੀ ਹੈ।
ਕਿੱਥੇ ਬੈਠ ਕੇ? ਸੰਤ ਜਨਾਂ ਦੀ ਸੰਗਤ ਦੇ ਵਿੱਚ। ਉਹ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ, ਪ੍ਰਮਾਤਮਾ ਦੀ ਆਰਾਧਨਾ ਕਰਨ ਵਾਲੇ, ਜਿਨ੍ਹਾਂ ਦਾ ਜੀਵਨ ਐਸਾ ਬਣ ਗਿਆ ਹੈ ਕਿ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਆਪ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ, ਉਹਨਾਂ ਦੀ ਸੰਗਤ ਦੇ ਵਿੱਚ ਟਿਕ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਬੜੇ ਪਿਆਰੇ ਬਚਨ ਕੀਤੇ ਨੇ ਕਿ ਸੰਤ ਜਨ ਉਹਨਾਂ ਦੀ ਸੰਗਤ ਦੇ ਵਿੱਚੋਂ ਮਿਲਦਾ ਕੀ ਹੈ, ਪ੍ਰਾਪਤ ਕੀ ਹੁੰਦਾ। ਸਾਹਿਬ ਜੀ ਕਹਿੰਦੇ ਨੇ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਹੁਣ ਇਸ ਗੱਲ ਨੂੰ ਸਮਝਣਾ ਕਿ ਉਹ ਪ੍ਰਮਾਤਮਾ ਕਿੱਥੇ ਹੈ। ਵੈਸੇ ਦੁਨੀਆ ਭੁਲੇਖੇ ਵਿੱਚ ਪਈ ਹੋਈ ਹੀ ਪ੍ਰਮਾਤਮਾ ਨੂੰ ਬਾਹਰੋਂ ਲੱਭਣ ਦਾ ਯਤਨ ਕਰਦੀ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਸਾਡੇ ਜੀਵਨ ਦੀ ਇਹ ਅਗਵਾਈ ਕਰਦੀ ਹੈ ਕਿ ਉਹ ਪ੍ਰਮਾਤਮਾ ਕਿਤੇ ਬਾਹਰ ਨਹੀਂ ਹੈ। ਉਹ ਪ੍ਰਮਾਤਮਾ ਕਿਤੇ ਸਤਵੇਂ ਅਸਮਾਨ ਤੇ ਨਹੀਂ ਰਹਿੰਦਾ। ਉਸ ਪ੍ਰਮਾਤਮਾ ਦਾ ਕੋਈ ਵਿਸ਼ੇਸ਼ ਟਿਕਾਣਾ ਨਹੀਂ ਹੈ। ਉਸ ਪ੍ਰਮਾਤਮਾ ਦਾ ਕੋਈ ਵਿਸ਼ੇਸ਼ ਰੂਪ ਵੀ ਨਹੀਂ ਹੈ। ਔਰ ਉਹ ਪ੍ਰਮਾਤਮਾ ਹਰ ਇੱਕ ਜਗ੍ਹਾ ਵਿਆਪਕ ਹੈ। ਉਸ ਪ੍ਰਮਾਤਮਾ ਦਾ ਟਿਕਾਣਾ ਘਟ ਘਟ ਮੈਂ ਹਰ ਜੂ ਬਸੈ। ਕਹਿਣ ਤੋਂ ਭਾਵ ਕਿ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਜਾਣਨ ਵਾਸਤੇ ਤੈਨੂੰ ਆਪਣੀ ਪੜਚੋਲ ਕਰਨੀ ਪਵੇਗੀ। ਉਹ ਪ੍ਰਮਾਤਮਾ ਤੇਰੇ ਤੋਂ ਦੂਰ ਨਹੀਂ ਆ ਤੇ ਤੇਰੇ ਹਿਰਦੇ ਘਰ ਤੋਂ ਬਾਹਰ ਵੀ ਨਹੀਂ ਆ। ਪਰ ਇਸ ਗੱਲ ਦੀ ਸਮਝ ਕਦੋਂ ਆਉਂਦੀ? ਜਦੋਂ ਅਸੀਂ ਸੰਤ ਜਨਾਂ ਦੀ ਸੰਗਤ ਵਿੱਚ ਟਿਕਦੇ ਹਾਂ, ਗੁਰੂ ਦੀ ਸੰਗਤ ਵਿੱਚ ਆਉਂਦੇ ਹਾਂ। ਗੁਰੂ ਇਹ ਗੱਲ ਸਮਝਾਉਂਦਾ ਹੈ ਕਿ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਗੁਰੂ ਇਹ ਗੱਲ ਸਮਝਾਉਂਦਾ ਹੈ ਕਿ ਉਹ ਪ੍ਰਮਾਤਮਾ ਸਾਰਿਆਂ ਹੀ ਹਿਰਦਿਆਂ ਦੇ ਵਿੱਚ ਹੈ ਤੇ ਸੰਤ ਜਨਾਂ ਦੀ ਸੰਗਤ ਦੇ ਵਿੱਚੋਂ ਇਸ ਗੱਲ ਦੀ ਸਮਝ ਆਉਂਦੀ ਹੈ। ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ, ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਹੈ, ਉਹ ਫਿਰ ਇਸ ਗੱਲ ਦੀ ਸਿੱਖਿਆ ਦਿੰਦੇ ਨੇ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਜਦੋਂ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਘਰ ਵਿੱਚ ਦੇਖ ਲਿਆ, ਫਿਰ ਉਸ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਮਿੱਠਾ ਲੱਗਦਾ ਹੈ। ਪ੍ਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ। ਜਿੰਨਾ ਚਿਰ ਇਸ ਗੱਲ ਦੀ ਸਮਝ ਨਹੀਂ ਆਈ, ਜੀਵ ਦੇ ਵਾਸਤੇ ਹਰ ਸੰਸਾਰ ਦਾ ਪਦਾਰਥ ਉਹਨੂੰ ਚੰਗਾ ਲੱਗਦਾ ਹੈ, ਉਹਦਾ ਰਸ ਉਹਨੂੰ ਮਿੱਠਾ ਲੱਗਦਾ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤ ਬਾਣੀ ਦੇ ਬੋਲ ਨੇ ਕਿ ਹਰ ਬਿਨ ਕਛੂ ਨਾ ਲਾਗਈ, ਭਗਤਨ ਕੋ ਮੀਠਾ, ਆਨ ਸਵਾਦ ਸਭ ਫੀਕਿਆ, ਕਰ ਨਿਰਨੋ ਡੀਠਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਸੰਤ ਜਨਾਂ ਦੀ ਸੰਗਤ ਦੇ ਵਿੱਚ ਟਿਕ ਕੇ
ਉਸ ਪ੍ਰਮਾਤਮਾ ਦੇ ਗੁਣਾਂ ਦੀ ਗੱਲ ਤੋਰਨੀ ਚਾਹੀਦੀ ਹੈ, ਉਸ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ ਕਿ ਉਹ ਪ੍ਰਮਾਤਮਾ ਕਿਸ ਤਰ੍ਹਾਂ ਦਾ ਹੈ, ਉਹ ਪ੍ਰਮਾਤਮਾ ਕਿਸ ਹਸਤੀ ਦਾ ਨਾਮ ਹੈ, ਕਿਸ ਤਾਕਤ ਦਾ ਨਾਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਦੋਂ ਬਚਨ ਪੜ੍ਹਦੇ ਹਾਂ, ਉਹਨਾਂ ਗੁਣਾਂ ਦੀ ਵਿਚਾਰ ਕਰਕੇ ਫਿਰ ਸਮਝ ਆਉਂਦੀ ਹੈ ਕਿ ਜਿੰਨੀ ਕਾਇਨਾਤ ਹੈ, ਜਿੰਨੀ ਸ੍ਰਿਸ਼ਟੀ ਹੈ, ਸਾਰੀ ਦੀ ਸਾਰੀ ਉਹਦੇ ਹੁਕਮ ਵਿੱਚ ਚੱਲ ਰਹੀ ਹੈ, ਕੋਈ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ। ਜਦੋਂ ਇਸ ਗੱਲ ਦੀ ਸਮਝ ਆ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜੀਵਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਜਿਹੜੀ ਆਪਣੀ ਹਸਤੀ ਦਾ ਕਈ ਵਾਰੀ ਅਹਿਸਾਸ ਹੈ, ਹੋਂਦ ਹੈ, ਜਿਹਨੂੰ ਆਪਾਂ ਇਹ ਕਹਿ ਲਈਏ ਕਿ ਕਿਸੇ ਵੇਲੇ ਮਨੁੱਖ ਕਿਸੇ ਨਾ ਕਿਸੇ ਪ੍ਰਕਾਰ ਹੋਂ ਵਿੱਚ ਆ ਗਿਆ। ਕਹਿੰਦੇ ਜਦੋਂ ਇਸ ਗੱਲ ਦੀ ਸਮਝ ਆ ਗਈ ਕਿ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੈ, ਉਦੋਂ ਸਭ ਤੋਂ ਵੱਡੀ ਤਬਦੀਲੀ ਕਿ ਆਪਣੀ ਹੋਂ ਖਤਮ ਹੁੰਦੀ ਹੈ। ਉਦੋਂ ਜੀਵਨ ਦੀ ਤਬਦੀਲੀ ਫਿਰ ਕਿਸੇ ਦੇ ਨਾਲ ਈਰਖਾ ਨਹੀਂ ਰਹਿੰਦੀ, ਵੈਰ ਵਿਰੋਧ ਨਹੀਂ ਰਹਿੰਦਾ, ਕਿਉਂਕਿ ਜੋ ਕੁਝ ਹੋ ਰਿਹਾ, ਜੋ ਕੁਝ ਕੋਈ ਕਰ ਰਿਹਾ ਹੈ, ਇਹ ਸਾਰਾ ਉਹਦੇ ਹੁਕਮ ਦੇ ਵਿੱਚ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨਾ ਕੋਏ। ਇਹ ਕਿੱਥੋਂ ਆ ਕੇ ਪਤਾ ਲੱਗਾ, ਕਿੱਥੋਂ ਆ ਕੇ ਇਸ ਗੱਲ ਦੀ ਸਮਝ ਆਈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੇ ਗੁਣਾਂ ਦੀ ਜਦੋਂ ਵਿਚਾਰ ਕੀਤੀ, ਫਿਰ ਇਸ ਗੱਲ ਦੀ ਸਮਝ ਆਈ ਕਿ ਸਾਰੀ ਕਾਇਨਾਤ ਨੂੰ ਚਲਾਉਣ ਵਾਲੀ ਜਿਹੜੀ ਹਸਤੀ ਹੈ, ਇੱਕ ਤਾਕਤ ਹੈ, ਉਹਦਾ ਨਾਮ ਹੈ ਪ੍ਰਮਾਤਮਾ, ਜਿਹਦੇ ਤੋਂ ਉੱਪਰ ਕੋਈ ਵੀ ਨਹੀਂ ਹੈ। ਜਿਵੇਂ ਅੱਜ ਹਾਲਾਤ ਚੱਲ ਰਹੇ ਨੇ, ਕਰੋਨਾ ਵਾਇਰਸ ਦਾ ਕਰਕੇ ਸਮੁੱਚੇ ਵਿਸ਼ਵ ਤੇ ਮਹਾਂਮਾਰੀ ਫੈਲੀ ਹੋਈ ਹੈ। ਬੜੀਆਂ ਬੜੀਆਂ ਵੱਡੀਆਂ ਤਾਕਤਾਂ, ਸਾਇੰਸ, ਵਿਗਿਆਨ, ਜਿਨ੍ਹਾਂ ਨੇ ਬੜੀ ਬੜੀ ਖੋਜ ਕੀਤੀ, ਤੇ ਇਸ ਭੁਲੇਖੇ ਦੇ ਵਿੱਚ ਉਹਨਾਂ ਤਾਕਤਾਂ ਦੇ ਮਾਲਕ ਕਿ ਮੈਂ ਕੁਝ ਵੀ ਕਰ ਸਕਦਾ ਹਾਂ, ਮੇਰੇ ਵਰਗੀ ਤਾਕਤ ਕੋਈ ਨਹੀਂ ਹੈ ਸੰਸਾਰ ਤੇ। ਅੱਜ ਇਸ ਮਹਾਂਮਾਰੀ ਦਾ ਕਰਕੇ ਸਾਨੂੰ ਸਾਰਿਆਂ ਨੂੰ ਆਪੋ ਆਪਣਾ ਆਤਮ ਚਿੰਤਨ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ ਕਿ ਅਸੀਂ ਇਸ ਗੱਲ ਨੂੰ ਜਾਣ ਸਕੀਏ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮੇਰੀ ਆਪਣੀ ਕੋਈ ਵੀ ਹੋਂਦ ਨਹੀਂ, ਮੇਰੀ ਆਪਣੀ ਕੋਈ ਵੀ ਤਾਕਤ ਨਹੀਂ, ਮੈਨੂੰ ਚਲਾਉਣ ਵਾਲਾ ਉਹ ਪ੍ਰਮਾਤਮਾ ਹੈ। ਜਿਨ੍ਹਾਂ ਨੂੰ ਇਸ ਗੱਲ ਦਾ ਭੁਲੇਖਾ ਸੀ ਕਿ ਸਾਰੇ ਸੰਸਾਰ ਤੇ ਵਰਲਡ ਤੇ ਸਾਡੇ ਕੋਲ ਇੰਨੇ ਖਤਰਨਾਕ ਮਾਰੂ ਹਥਿਆਰ ਨੇ, ਕਿਸੇ ਵੀ ਛੋਟੇ ਦੇਸ਼ ਨੂੰ ਅਸੀਂ ਸਿਰ ਨਹੀਂ ਚੁੱਕਣ ਦੇਣਾ, ਅਸੀਂ ਖਤਮ ਕਰ ਸਕਦੇ ਹਾਂ, ਅਸੀਂ ਮਾਰ ਸਕਦੇ ਹਾਂ। ਪਰ ਇਹ ਜਿਹੜਾ ਸਮਾਂ, ਇਹ ਸਮੇਂ ਨੇ ਕਾਦਰ ਦੀ ਕੁਦਰਤ ਦੀ ਇੱਕ ਖੇਡ ਹੈ। ਸਮੇਂ ਸਮੇਂ ਤੇ ਉਹ ਮਨੁੱਖ ਮਾਤਰ ਨੂੰ ਸਮਝਾਉਣ ਵਾਸਤੇ ਕੁਝ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਤੋਂ ਅਸੀਂ ਆਪਣੇ ਜੀਵਨ ਦੇ ਵਾਸਤੇ ਸੇਧ ਲੈ ਸਕੀਏ। ਅੱਜ ਆਪਣੇ ਜੀਵਨ ਦੇ ਵਿੱਚ ਸਾਨੂੰ ਸਿੱਖਿਆ ਲੈਣ ਦਾ ਇਹ ਸਬੱਬ ਪ੍ਰਾਪਤ ਹੋਇਆ ਹੈ
ਕਿ ਸਾਰੇ ਸੰਸਾਰ ਨੂੰ ਚਲਾਉਣ ਵਾਲੀ ਤਾਕਤ ਉਹ ਪਰਮਾਤਮਾ ਹੈ। ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਉਹਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਤੇ ਜੇ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੈ ਤੇ ਮੈਂ ਉਹਦੇ ਹੁਕਮ ਦੇ ਅਨੁਸਾਰ ਚੱਲਣਾ ਸ਼ੁਰੂ ਕਰਦਾ, ਕਿਉਂਕਿ ਬਹੁਤ ਸਾਰਾ ਖਿਲਵਾੜ ਕਾਦਰ ਦੀ ਕੁਦਰਤ ਦੇ ਨਾਲ ਕੀਤਾ ਗਿਆ, ਉਹਦੇ ਸੋਮਿਆਂ ਦੇ ਨਾਲ ਖਿਲਵਾੜ ਕੀਤਾ ਗਿਆ। ਆਪਣੀ ਮੱਤ ਅਨੁਸਾਰ ਮਨੁੱਖ ਨੇ ਉਹਦੀ ਹਰ ਬਣਾਈ ਹੋਈ ਚੀਜ਼ ਨੂੰ ਤੋੜਨਾ ਸ਼ੁਰੂ ਕੀਤਾ, ਖਤਮ ਕਰਨਾ ਸ਼ੁਰੂ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਜੋ ਕੁਝ ਮੈਂ ਆਪਣੇ ਜੀਵਨ ਦੇ ਵਿੱਚ ਭੁਗਤ ਰਿਹਾ ਨਾ, ਜੋ ਕੁਝ ਵੀ ਮੈਨੂੰ ਮੁਸ਼ਕਲਾਂ ਆ ਰਹੀਆਂ ਨੇ, ਜੋ ਕੁਝ ਵੀ ਸੰਸਾਰ ਤੇ ਵਾਪਰ ਰਿਹਾ, ਮੇਰੇ ਜੀਵਨ ਵਿੱਚ ਵਾਪਰ ਰਿਹਾ, ਇਹ ਕਿਸੇ ਦਾ ਕਰਕੇ ਨਹੀਂ ਹੈ। ਇਹਦਾ ਦੋਸ਼ ਵੀ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਕਿਸੇ ਤੇ ਵੀ ਦੋਸ਼ ਨਹੀਂ ਹੈ। ਇਹ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੈ। ਉਸ ਕਰਮਾਂ ਦੇ ਫਲ ਨੂੰ ਮਨੁੱਖ ਭੋਗ ਰਿਹਾ ਹੈ। ਮਨੁੱਖ ਦਾ ਸੁਭਾਅ ਹੈ ਕਿ ਆਪਣੇ ਤੇ ਕੋਈ ਗੱਲ ਨਾ ਆਵੇ ਤੇ ਇਹ ਦੋਸ਼ ਦੂਸਰੇ ਤੇ ਮੜ ਦਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਸੰਤ ਜਨਾਂ ਦੀ ਸੰਗਤ ਵਿੱਚ ਆ, ਉੱਥੇ ਬੈਠ ਕੇ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ। ਉਹਦੇ ਗੁਣ ਨੇ, ਉਹ ਨਿਰਭਉ ਹੈ, ਉਹ ਨਿਰਵੈਰ ਹੈ। ਉਹ ਕੇਵਲ ਨਿਰਭਉ ਤੇ ਨਿਰਵੈਰ ਹੀ ਨਹੀਂ, ਉਹ ਕਾਲ ਤੋਂ ਰਹਿਤ ਹੈ। ਉਹ ਜੋਨਾਂ ਵਿੱਚ ਨਹੀਂ ਆਉਂਦਾ। ਔਰ ਉਸ ਪਰਮਾਤਮਾ ਨੂੰ ਕੋਈ ਸਥਾਪਿਤ ਕਰਨ ਵਾਲਾ ਵੀ ਨਹੀਂ ਹੈ, ਉਹਨੂੰ ਬਣਾਉਣ ਵਾਲਾ ਵੀ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਾਨੂੰ ਸਮਝਾਉਂਦੇ ਨੇ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਹ ਉਹਦੇ ਗੁਣ ਨੇ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਸਮਝਾ ਰਹੇ ਨੇ, ਭਾਈ ਸੰਤ ਜਨਾਂ ਦੀ ਸੰਗਤ ਦੇ ਵਿੱਚ ਟਿਕ ਕੇ ਉਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ, ਵਿਚਾਰ ਅੱਗੇ ਤੋਰਨੀ ਚਾਹੀਦੀ ਹੈ। ਉਹ ਪਰਮਾਤਮਾ ਕਿੰਨਾ ਵੱਡਾ ਹੈ, ਉਹ ਰਹਿੰਦਾ ਕਿੱਥੇ ਹੈ। ਸਾਹਿਬ ਜੀ ਕਹਿੰਦੇ ਨੇ, ਪੂਰਨ ਪਰਮ ਜੋਤ ਪਰਮੇਸ਼ਰ, ਸਿਮਰਤ ਪਾਈਐ ਮਾਨ। ਪੂਰਨ ਸਰਬ ਵਿਆਪਕ, ਪਰਮ ਜੋਤ, ਸਭ ਤੋਂ ਉੱਚੀ ਜੋਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ, ਇਹ ਭਾਈ ਉਹ ਸਰਬ ਵਿਆਪਕ ਪਰਮਾਤਮਾ ਜਿਹਦੀ ਜੋਤ ਸਭ ਤੋਂ ਉੱਚੀ ਹੈ, ਉਸ ਪਰਮਾਤਮਾ ਦਾ ਨਾਮ ਜਪਣ ਦੇ ਨਾਲ, ਉਸ ਪਰਮਾਤਮਾ ਦਾ ਨਾਮ ਸਿਮਰਦਿਆਂ, ਸਾਹਿਬ ਜੀ ਕਹਿੰਦੇ ਨੇ, ਸਿਮਰਤ ਪਾਈਐ ਮਾਨ। ਲੋਕ ਤੇ ਪਰਲੋਕ ਦੇ ਵਿੱਚ ਇੱਜ਼ਤ ਮਿਲਦੀ ਹੈ। ਉਹਦਾ ਨਾਮ ਇੰਨਾ ਵੱਡਾ ਹੈ। ਸਾਹਿਬ ਜੀ ਕਹਿੰਦੇ ਨੇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ।
ਸਾਰਿਆਂ ਤੋਂ ਉੱਚਾ ਹੈ, ਸਾਰਿਆਂ ਤੋਂ ਵੱਡਾ ਹੈ, ਉਹ ਪਰਮ ਜੋਤ ਹੈ, ਉਹਦਾ ਨਾਮ ਵੀ ਸਭ ਤੋਂ ਵੱਡਾ ਹੈ। ਉਹਦੇ ਨਾਮ ਦੇ ਤੁੱਲ ਸੰਸਾਰ ਦੀ ਕੋਈ ਵੀ ਵਸਤੂ ਨਹੀਂ ਹੈ। ਉਹਦੇ ਨਾਮ ਦੀ ਬਰਕਤ ਦੇ ਨਾਲ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੈ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕਾ ਸਿਮਰਨ ਸਭ ਕੇ ਸੁਝੈ। ਨਾਮ ਦੀ ਬਰਕਤ ਦੇ ਨਾਲ ਹੁੰਦਾ ਕੀ ਹੈ? ਸਤਿਗੁਰੂ ਜੀ ਕਹਿੰਦੇ ਨੇ ਪ੍ਰਭ ਕਾ ਸਿਮਰਨ ਨਾ ਹੀ ਜਮ ਤਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ। ਇੰਨਾ ਵੱਡਾ ਨਾਮ ਹੈ, ਉਸ ਨਾਮ ਦੀ ਬਰਕਤ ਦੇ ਨਾਲ ਜੀਵਨ ਦੇ ਵਿੱਚੋਂ ਜਿੰਨੀਆਂ ਕਮਜ਼ੋਰੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ, ਕਿਉਂਕਿ ਸਭ ਤੋਂ ਉੱਚਾ ਹੈ। ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ। ਪਰਮਾਤਮਾ ਦੇ ਨਾਮ ਦੀ ਇਹ ਵਡਿਆਈ ਹੈ ਕਿ ਇਸ ਮਨ ਨੂੰ ਜਿਹੜੀ ਜਨਮ ਜਨਮਾਂਤਰਾਂ ਦੀ ਵਿਕਾਰਾਂ ਦਾ ਕਰਕੇ ਲੱਗੀ ਹੋਈ ਮੈਲ ਹੈ ਉਹ ਲੱਥ ਜਾਂਦੀ ਆ। ਉਹਦੇ ਨਾਮ ਤੋਂ ਬਿਨਾਂ ਕੋਈ ਵੀ ਐਸੀ ਵਸਤੂ ਨਹੀਂ ਬਣੀ ਜਿਹੜੀ ਮਨ ਦੀ ਮੈਲ ਲਾ ਸਕੇ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਇੰਨਾ ਵੱਡਾ ਹੈ ਨਾਮ, ਉਹਦਾ ਨਾਮ ਇੰਨਾ ਉੱਚਾ ਹੈ ਕਿ ਨਾਮ ਦੀ ਬਰਕਤ ਦੇ ਨਾਲ ਜੀਵ ਦੇ ਮਨ ਨੂੰ ਲੱਗੀ ਹੋਈ ਵਿਕਾਰਾਂ ਦੀ ਜਿਹੜੀ ਮੈਲ ਹੈ ਉਹ ਲੈ ਜਾਂਦੀ ਆ। ਕਿਵੇਂ? ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਮਰੱਥ ਪ੍ਰਮਾਤਮਾ ਜਿਹੜਾ ਸਰਬ ਵਿਆਪਕ ਹੈ, ਜਿਹਦੀ ਜੋਤ ਸਭ ਤੋਂ ਉੱਚੀ ਹੈ, ਉਹਦੇ ਨਾਮ ਨੂੰ ਜਪਦਿਆਂ ਜਪਦਿਆਂ, ਉਹਦੇ ਨਾਮ ਨੂੰ ਜਪਣ ਕਰਕੇ ਲੋਕ ਤੇ ਪਰਲੋਕ ਦੇ ਵਿੱਚ ਇੱਜ਼ਤ ਪ੍ਰਾਪਤ ਹੁੰਦੀ ਹੈ। ਹੁਣ ਸੰਸਾਰੀ ਤੌਰ ਤੇ ਮਨੁੱਖ ਇੱਜ਼ਤ ਬਣਾਉਣ ਵਾਸਤੇ ਸਾਰਾ ਜੀਵਨ ਲਾ ਦਿੰਦਾ ਹੈ। ਜੀਵਨ ਵਿੱਚ ਹਰ ਕਰਮ ਇਸ ਤਰੀਕੇ ਦੇ ਨਾਲ ਕਰਦਾ ਕਿ ਮੇਰੀ ਇੱਜ਼ਤ ਬਣੀ ਰਹੇ। ਬੜੀ ਚੰਗੀ ਵਿਚਾਰ ਹੈ। ਹਰ ਮਨੁੱਖ ਆਪਣੀ ਮਤ ਅਨੁਸਾਰ ਇੱਜ਼ਤ ਚਾਹੁੰਦਾ ਹੈ ਔਰ ਆਪਣੇ ਜੀਵਨ ਦੇ ਵਿੱਚ ਜ਼ਰੂਰ ਹੀ ਐਸਾ ਕਰਮ ਕਰਨਾ ਚਾਹੀਦਾ ਹੈ ਜਿਹਦੇ ਨਾਲ ਇੱਜ਼ਤ ਬਣੇ। ਕਦੀ ਵੀ ਜੀਵਨ ਦੇ ਵਿੱਚ ਉਹ ਕਰਮ ਨਾ ਕੀਤਾ ਜਾਵੇ ਜਿਹਦੇ ਨਾਲ ਇੱਜ਼ਤ ਖਰਾਬ ਹੋਵੇ। ਬੜੀ ਵੱਡੀ ਜੀਵਨ ਦੀ ਮਸ਼ੱਕਤ ਹੈ ਜੀਵ ਦੀ। ਸਾਰਾ ਜੀਵਨ ਮਸ਼ੱਕਤ ਕਰਦਾ, ਮਿਹਨਤ ਕਰਦਾ ਹੈ ਕਿ ਮੇਰੀ ਇੱਜ਼ਤ ਬਣੀ ਰਹੇ, ਮੇਰੀ ਸੰਸਾਰ ਵਿੱਚ ਇੱਜ਼ਤ ਪੱਤ ਰਹਿ ਜੇ। ਕੋਈ ਬੁਰੀ ਗੱਲ ਨਹੀਂ ਹੈ। ਯਤਨ ਕਰਨੇ ਚਾਹੀਦੇ ਨੇ, ਪਰ ਗੁਰਮਤਿ ਕਹਿੰਦੀ ਹੈ ਕਿ ਜੇ ਕਿਤੇ ਤੂੰ ਆਪਣੇ ਜੀਵਨ ਵਿੱਚ ਗੁਰੂ ਦੀ ਮੱਤ ਅਨੁਸਾਰ ਆਪਣੀ ਇੱਜ਼ਤ ਬਣਾਉਣ ਵਾਲੇ ਪਾਸੇ ਚੱਲੇਗਾ
ਹੋ ਸਕਦਾ ਆਪਣੀ ਮਤ ਅਨੁਸਾਰ ਜਿਹੜੇ ਤਰੀਕੇ ਤੂੰ ਅਪਣਾ ਰਿਹਾ ਹੈ ਕਿ ਇਹਦੇ ਨਾਲ ਮੇਰੀ ਇੱਜ਼ਤ ਬਣੇਗੀ, ਹੋ ਸਕਦਾ ਉਹਦੇ ਨਾਲ ਤੇਰੀ ਉਹ ਇੱਜ਼ਤ ਤੈਨੂੰ ਪ੍ਰਾਪਤ ਨਾ ਹੋ ਸਕੇ ਜਿਹੜੀ ਤੂੰ ਚਾਹੁੰਦਾ ਹੈ। ਪਰ ਜੇ ਗੁਰੂ ਦੀ ਮਤ ਅਨੁਸਾਰ, ਗੁਰੂ ਦੇ ਉਪਦੇਸ਼ ਅਨੁਸਾਰ, ਗੁਰੂ ਦੀ ਸਿੱਖਿਆ ਨੂੰ ਮੰਨ ਕੇ ਉਸ ਹੁਕਮ ਨੂੰ ਕਮਾਏਗਾ, ਫਿਰ ਤੇਰੀ ਜਿਹੜੀ ਇੱਜ਼ਤ ਹੈ ਕੇਵਲ ਇਸ ਲੋਕ ਵਿੱਚ ਹੀ ਨਹੀਂ, ਤੇਰੀ ਇੱਜ਼ਤ ਉਸ ਲੋਕ ਵਿੱਚ ਹੋਵੇਗੀ। ਅੱਜ ਵੇਖੋ ਸਮੁੱਚੇ ਸੰਸਾਰ ਤੇ ਜਿੱਥੇ ਬਹੁਤ ਵੱਡੀ ਤਰਾਸਦੀ ਹੈ, ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਕਿ ਗੁਰੂ ਨਾਨਕ ਦਾ ਸਿੱਖ ਨਿੱਜੀ ਤੌਰ ਤੇ ਵੀ ਔਰ ਜਥੇਬੰਦਕ ਤੌਰ ਤੇ ਵੀ ਮਨੁੱਖਤਾ ਦੀ ਭਲਾਈ ਦੇ ਵਾਸਤੇ, ਲੋੜਵੰਦਾਂ ਦੀ ਸਹਾਇਤਾ ਦੇ ਵਾਸਤੇ ਹਰ ਤਰੀਕੇ ਦੇ ਨਾਲ ਯਤਨ ਕੀਤਾ ਜਾ ਰਿਹਾ ਹੈ ਕਿ ਲੋੜਵੰਦ ਦੀ ਲੋੜ ਅਨੁਸਾਰ ਉਹਦੀ ਮਦਦ ਕੀਤੀ ਜਾ ਸਕੇ। ਇਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੇ ਦਾਨ। ਬੜੇ ਪਿਆਰੇ ਬਚਨ ਆਪ ਜੀ ਨੇ ਸੁਣੇ। ਸਿੰਘ ਸਾਹਿਬ ਜੀ ਬੇਨਤੀ ਕਰ ਰਹੇ ਸੀ ਕਿ ਜਿਹੜੇ ਮਜ਼ਦੂਰ ਰਾਹਾਂ ਖੇੜਿਆਂ ਦੇ ਵਿੱਚ ਚੱਲ ਰਹੇ ਨੇ, ਉਹਨਾਂ ਦੀ ਲੋੜ ਅਨੁਸਾਰ ਉਹਨਾਂ ਦੀ ਮਦਦ ਕੀਤੀ ਜਾਏ, ਉਹਨਾਂ ਤੱਕ ਮਦਦ ਪਹੁੰਚਾਈ ਜਾਏ, ਇਹ ਬੜੀ ਵੱਡੀ ਸੇਵਾ ਹੈ। ਗਾਏ ਬਗਾਏ ਜਿੱਥੇ ਜਿੱਥੇ ਵੀ ਕੋਈ ਪਹੁੰਚ ਸਕਦਾ, ਉਹਨਾਂ ਦੀ ਮਦਦ ਕਰ ਸਕਦਾ ਹੈ, ਉਹ ਜ਼ਰੂਰ ਉਹਨਾਂ ਦੀ ਮਦਦ ਕਰੇ। ਇਸੇ ਨੂੰ ਸਾਹਿਬ ਜੀ ਕਹਿੰਦੇ ਨੇ, ਅਕਲੀ ਕੀਚੈ ਦਾਨ। ਲੋੜ ਅਨੁਸਾਰ ਲੋੜਵੰਦ ਦੀ ਮਦਦ ਕਰ ਦੇਣੀ, ਬੇਸ਼ੱਕ ਉਹ ਥੋੜੀ ਵੀ ਕਿਉਂ ਨਾ ਹੋਵੇ, ਉਹ ਬਹੁਤ ਵੱਡੀ ਸੇਵਾ, ਉਹ ਬਹੁਤ ਵੱਡਾ ਦਾਨ ਹੈ, ਉਹ ਬੜਾ ਵੱਡਾ ਉਪਕਾਰ ਹੈ। ਸਿੱਖ ਜਗਤ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਹੈ। ਸਮੁੱਚੀਆਂ ਜਥੇਬੰਦੀਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੇਅੰਤ ਸੰਸਥਾਵਾਂ ਜਿਹੜੀਆਂ ਵੱਧ ਚੜ੍ਹ ਕੇ ਇਹ ਸੇਵਾ ਵਿੱਚ ਹਿੱਸੇ ਪਾ ਰਹੀਆਂ ਨੇ। ਔਰ ਕਈ ਵਾਰ ਜਦੋਂ ਇਹਨਾਂ ਗੁਰੂ ਪਿਆਰ ਵਾਲਿਆਂ ਨੂੰ, ਸੇਵਾ ਕਰਨ ਵਾਲਿਆਂ ਨੂੰ ਦੇਖੀਦਾ, ਮਨ ਵਿੱਚ ਵਿਚਾਰ ਆਉਂਦੀ ਹੈ ਕਿ ਗੁਰੂ ਦੇ ਨਾਲ ਔਰ ਗੁਰੂ ਦੇ ਉਪਦੇਸ਼ ਦੇ ਨਾਲ ਇੱਕ ਐਸਾ ਗੁਰੂ ਦੇ ਸਿੱਖ ਦਾ ਪਿਆਰ ਹੈ ਕਿ ਜਿੱਥੇ ਹਰ ਮਨੁੱਖ ਦੇ ਵਾਸਤੇ ਇਹ ਕਿਹਾ ਜਾਂਦਾ ਹੈ ਕਿ ਆਪਣੇ ਘਰਾਂ ਵਿੱਚ ਰਹਿਣਾ ਹੈ, ਬਾਹਰ ਨਹੀਂ ਨਿਕਲਣਾ। ਬਾਹਰ ਨਿਕਲਿਆ ਖਤਰਾ ਹੈ। ਪਰ ਉੱਥੇ ਵੇਖੋ ਗੁਰੂ ਦਾ ਖਾਲਸਾ, ਗੁਰੂ ਦਾ ਪੰਥ ਹਰ ਰੋਜ਼ ਨਿਰੰਤਰ ਜਿੱਥੇ ਵੀ ਪਤਾ ਲੱਗਦਾ ਹੈ ਲੋੜਵੰਦ ਨੂੰ ਇਸ ਚੀਜ਼ ਦੀ ਲੋੜ ਹੈ, ਲੰਗਰ ਪ੍ਰਸ਼ਾਦੇ ਤੋਂ ਲੈ ਕੇ ਰਸਤਾਂ ਵਸਤਾਂ ਤੱਕ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾ ਰਹੀ ਹੈ। ਔਰ ਮੈਨੂੰ ਐਵੇਂ ਲੱਗਦਾ ਹੈ ਕਿ ਇਹ ਜਿਹੜੀ ਸੇਵਾ ਹੈ ਇਹ ਕੇਵਲ ਬਾਹਰੀ ਤੌਰ ਤੇ ਨਹੀਂ, ਵਿਖਾਵੇ ਮਾਤਰ ਨਹੀਂ, ਇਹ ਜਿਹੜੀ ਸੇਵਾ ਹੈ ਨਾ, ਇਹ ਗੁਰੂ ਦੇ ਪਿਆਰ ਦਾ ਕਰਕੇ ਹੈ। ਗੁਰੂ ਦੇ ਪਿਆਰ ਦੇ ਵਿੱਚ ਔਰ ਗੁਰੂ ਦੇ ਭਰੋਸੇ ਦੇ ਵਿੱਚ ਰਹਿ ਕੇ ਇਹ ਸੇਵਾ ਕੀਤੀ ਜਾ ਰਹੀ ਹੈ। ਜਿੱਥੇ ਕਿਹਾ ਜਾਂਦਾ ਹੈ ਕਿ ਬਾਹਰ ਨਾ ਨਿਕਲਿਆ ਜਾਏ, ਬਾਹਰ ਖਤਰਾ ਹੈ, ਉੱਥੇ ਗੁਰੂ ਦੇ ਸਿੱਖ ਨੂੰ ਇਹ ਵਿਸ਼ਵਾਸ ਹੈ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ।
ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸਦਾ ਅੰਗ ਸੰਗੇ ਅਭੰਗੰ ਬਪੂਤੇ। ਅੱਜ ਪੂਰੇ ਵਿਸ਼ਵ ਤੇ ਇਸ ਖਾਲਸਾ ਪੰਥ ਦੀ, ਗੁਰੂ ਨਾਨਕ ਦੇ ਪਿਆਰਿਆਂ ਦੀ ਕੀਤੀ ਹੋਈ ਸੇਵਾ ਦੀ ਵਡਿਆਈ ਹੋ ਰਹੀ ਹੈ, ਸਨਮਾਨ ਹੋ ਰਿਹਾ ਹੈ। ਗੁਰੂ ਕਿਰਪਾ ਕਰੇ ਇਹ ਗੁਰੂ ਨਾਨਕ ਦੇ ਘਰ ਦੀ ਸਿੱਖਿਆ ਸਮੁੱਚੇ ਸੰਸਾਰ ਵਿੱਚ, ਸਮੁੱਚੇ ਸੰਸਾਰ ਦੇ ਲੋਕ ਇਸ ਗੱਲ ਨੂੰ ਅਪਣਾ ਸਕਣ। ਬੜੀ ਪਿਆਰੀ ਸਿੱਖਿਆ ਮਿਲਦੀ ਹੈ ਕਿ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਾਈ। ਭਾਈ ਸਾਹਿਬ ਭਾਈ ਕਨ੍ਹਈਆ ਸਾਹਿਬ ਜੀ ਦੀ ਸੇਵਾ ਦਾ ਜ਼ਿਕਰ ਕੀਤਾ ਜਾਂਦਾ ਹੈ। ਰਣ ਦੇ ਮੈਦਾਨ ਦੇ ਵਿੱਚ ਉਹ ਜਿੱਥੇ ਆਪਣੇ ਸਿੰਘਾਂ ਨੂੰ ਜਲ ਛਕਾਉਂਦੇ ਨੇ, ਉੱਥੇ ਜੇ ਉਸੇ ਹੀ ਮੈਦਾਨ ਦੇ ਵਿੱਚ ਦੁਸ਼ਮਣ ਦਾ ਸਿਪਾਹੀ ਵੀ ਫੱਟ ਖਾ ਕੇ ਡਿੱਗਾ ਹੈ, ਉਹ ਪਾਣੀ ਦੀ ਮੰਗ ਕਰਦਾ ਹੈ, ਤੇ ਉੱਥੇ ਇਹ ਵਿਤਕਰਾ ਨਹੀਂ ਕੀਤਾ ਜਾਂਦਾ ਕਿ ਇਹ ਦੁਸ਼ਮਣ ਦਾ ਸਿਪਾਹੀ ਹੈ। ਅਸਲ ਦੇ ਵਿੱਚ ਗੁਰੂ ਪਿਆਰਿਓ, ਗੁਰੂ ਨਾਨਕ ਦੇ ਘਰ ਦੀ ਵਡਿਆਈ ਹੀ ਇਹ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਕਦੀ ਵੀ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਇਸ ਘਰ ਵਿੱਚ ਸਾਰਿਆਂ ਨੂੰ ਬਰਾਬਰ ਸਨਮਾਨ ਹੈ, ਤੇ ਕੇਵਲ ਸਨਮਾਨ ਹੀ ਨਹੀਂ, ਇਸ ਘਰ ਦੇ ਵਿੱਚੋਂ ब्राह्मण खत्री शूद वैस उपदेश चौं वर्णा को साझा। सारी मनुखता दे वास्ते सर्व साझा उपदेश है। ते वो उपदेश की है भाई, जपो तां एको नामा, अवर निराफल कामा। ਸਮੁੱਚੀ ਮਾਨਵਤਾ ਦੇ ਵਾਸਤੇ ਸਾਂਝਾ ਉਪਦੇਸ਼ ਹੈ ਕਿ ਗੋਬਿੰਦ ਮਿਲ ਕੀ ਇਹ ਤੇਰੀ ਬਰੀਆ। ਸਮੁੱਚੀ ਮਾਨਵਤਾ ਦੇ ਵਾਸਤੇ ਇਹ ਸਾਂਝਾ ਉਪਦੇਸ਼ ਹੈ ਕਿ ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਉਹ ਪਰਮ ਜੋਤ ਜਿਹੜੀ ਸਭ ਤੋਂ ਉੱਚੀ ਜੋਤ ਹੈ, ਸਰਬ ਵਿਆਪਕ ਪਰਮਾਤਮਾ, ਉਹਦੇ ਨਾਮ ਨੂੰ ਜਪਦਿਆਂ ਜਪਦਿਆਂ, ਸਿਮਰਦਿਆਂ ਸਿਮਰਦਿਆਂ, ਸਿਮਰਨ ਵਾਲਿਆਂ ਨੂੰ, ਪਰਮਾਤਮਾ ਨੂੰ ਯਾਦ ਕਰਨ ਵਾਲਿਆਂ ਨੂੰ, ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੂੰ ਇਸ ਲੋਕ ਵਿੱਚ ਵੀ ਤੇ ਉਸ ਲੋਕ ਵਿੱਚ ਵੀ ਇੱਜ਼ਤ ਪ੍ਰਾਪਤ ਹੁੰਦੀ ਹੈ। ਅਗਲੇ ਬਚਨਾਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਹੜੇ ਸਿਮਰਦੇ ਨੇ, ਸਿਮਰਨ ਦੇ ਨਾਲ ਹੋਏਗਾ ਕੀ? ਹਰ ਮਨੁੱਖ ਦਾ ਸਵਾਲ ਹੁੰਦਾ, ਜੇ ਮੈਂ ਆਹ ਕੰਮ ਕਰਾਂ ਉਹਦੇ ਬਦਲੇ ਮੈਨੂੰ ਕੀ ਮਿਲੇਗਾ? ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਭਰਮ ਨਹੀਂ ਰਹਿਣ ਦਿੱਤਾ। ਸਾਹਿਬ ਜੀ ਕਹਿੰਦੇ ਨੇ, ਆਵਤ ਜਾਤ ਰਹੇ ਸ਼ਰਮ ਨਾਸੇ, ਸਿਮਰਤ ਸਾਧੂ ਸੰਗ ਰਹੇ। ਖਤਮ ਹੋ ਗਏ, ਚਲੇ ਗਏ। ਆਵਤ ਜਾਤ, ਆਉਣਾ ਤੇ ਜਾਣਾ, ਜੰਮਣਾ ਤੇ ਮਰਨਾ, ਸੰਸਾਰ ਤੇ ਸਾਰੀ ਧਰਮ ਦੀ ਸਾਧਨਾ ਇਸੇ ਹੀ ਗੱਲ ਨੂੰ ਮੁੱਖ ਰੱਖ ਕੇ ਹੋ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਨਮ ਤੇ ਮਰਨ ਦਾ ਗੇੜ ਮੁੱਕ ਸਕੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ
ਵੱਖ-ਵੱਖ ਤਰੀਕਿਆਂ ਦੇ ਨਾਲ ਸਰੀਰਾਂ ਨੂੰ ਕਸ਼ਟ ਦੇ ਦੇ ਕੇ, ਜੁਗਤੀਆਂ ਅਪਣਾ ਕੇ ਕਿ ਇਹਨਾਂ ਜੁਗਤੀਆਂ ਦੇ ਨਾਲ, ਇਹਨਾਂ ਤਰੀਕਿਆਂ ਦੇ ਨਾਲ ਜੰਮਣ ਤੇ ਮਰਨ ਦਾ ਗੇੜ ਖਤਮ ਹੋ ਜਾਵੇ ਜਾਂ ਖਤਮ ਹੋ ਸਕਦਾ ਹੈ। ਸਤਿਗੁਰੂ ਜੀ ਨੇ ਉਹ ਭੁਲੇਖਾ ਖਤਮ ਕਰ ਦਿੱਤਾ। ਸਾਹਿਬ ਜੀ ਕਹਿੰਦੇ ਨੇ, ਸਿਮਰਤ ਸਾਧੂ ਸੰਗ, ਗੁਰੂ ਦੀ ਸੰਗਤ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਦੇ ਨਾਲ, ਸਾਹਿਬ ਕਿਰਪਾਲੂ ਜੀ ਕਹਿੰਦੇ ਨੇ, ਇਹ ਜਿਹੜਾ ਆਉਣ ਤੇ ਜਾਣ ਵਾਲਾ ਗੇੜ ਹੈ ਨਾ, ਇਹ ਮਿਟ ਜਾਂਦਾ ਹੈ। ਭਟਕਣਾ ਵਿੱਚ ਪੈ ਕੇ ਜਿਹੜੀ ਥਕਾਵਟ ਬਣੀ ਆ, ਥਕੇਵਾ ਜਿਹੜਾ, ਉਹ ਖਤਮ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਤੂੰ ਨਾਮ ਜਪ। ਇੱਕ ਤੇ ਉਹ ਨਾਮ ਸਭ ਤੋਂ ਵੱਡਾ, ਸਭ ਤੋਂ ਉੱਚਾ ਹੈ। ਫਿਰ ਇਹਦੇ ਨਾਲ ਹੋਵੇਗਾ ਕਿ ਨਾਮ ਜਪਣ ਦੇ ਨਾਲ ਜੀਵਨ ਦੇ ਵਿੱਚ ਤਬਦੀਲੀ ਕੀ ਆਉਂਦੀ ਹੈ। ਸਾਹਿਬ ਜੀ ਕਹਿੰਦੇ ਨੇ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਵਾਹਿਗੁਰੂ ਪ੍ਰਮਾਤਮਾ ਦੇ ਸਿਮਰਨ ਦੀ ਬਰਕਤ ਦੇ ਨਾਲ ਜੀਵਨ ਦੇ ਵਿੱਚੋਂ ਤ੍ਰਿਸ਼ਨਾ ਮਿਟ ਜਾਂਦੀ ਹੈ, ਚਾਹਤ ਖਤਮ ਹੋ ਜਾਂਦੀ ਹੈ, ਭੁੱਖ ਮਿਟ ਜਾਂਦੀ ਹੈ, ਪਦਾਰਥਾਂ ਦੀ ਭੁੱਖ ਮਿਟ ਜਾਂਦੀ ਹੈ, ਨਾਮ ਦੀ ਭੁੱਖ ਵਧੇਕ ਹੋ ਜਾਂਦੀ ਹੈ। ਫਿਰ ਉਹ ਜਗਿਆਸੂ ਇਸ ਭੁੱਖ ਨੂੰ ਮਿਟਾਉਣ ਵਾਸਤੇ ਕਰਦਾ ਕੀ ਹੈ? ਉਠਤ ਬੈਠਤ ਸੋਵਤ ਨਾਮ। ਉਹ ਫਿਰ ਆਪਣੇ ਜੀਵਨ ਦੇ ਵਿੱਚ ਸਦਾ ਪਰਮਾਤਮਾ ਦੀ ਯਾਦ ਆਪਣੇ ਹਿਰਦੇ ਵਿੱਚ ਸਮੋ ਕੇ ਰੱਖਦਾ ਹੈ, ਤੇ ਪਰਮਾਤਮਾ ਦੀ ਯਾਦ ਨੂੰ ਹਿਰਦੇ ਵਿੱਚ ਸਮੋ ਕੇ ਰੱਖਣ ਵਾਲਾ ਵਾਹਿਗੁਰੂ ਪ੍ਰਮਾਤਮਾ ਜੀ ਦੇ ਉਹਨਾਂ ਸ਼ੁਭ ਗੁਣਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦਾ। ਉਹ ਸ਼ੁਭ ਗੁਣ ਕਿਹੜੇ ਨੇ? ਦਇਆ, ਧਰਮ, ਸਤ, ਸੰਤੋਖ ਤੇ ਧੀਰਜ। ਉਹ ਇਹਨਾਂ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ। ਤੇ ਸਾਹਿਬ ਜੀ ਕਹਿੰਦੇ ਨੇ, ਫਿਰ ਉਹਦੇ ਜੀਵਨ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਜਿਹੜੇ ਵਿਕਾਰ ਨੇ, ਇਹ ਦੂਰ ਚਲੇ ਜਾਂਦੇ ਨੇ। ਤੇ ਸਾਹਿਬ ਜੀ ਕਹਿੰਦੇ ਨੇ, ਸਗਲ ਮਨੋਰਥ ਪਤਤ ਪੁਨੀਤ ਹੋਏ ਖਿਨ ਭੀਤਰ, ਪਾਰ ਬ੍ਰਹਮ ਕੈ ਰੰਗ ਪਤਤ। ਵਿਕਾਰਾਂ ਵਿੱਚ ਡਿੱਗੇ ਹੋਏ ਪੁਨੀਤ ਸੋਹਣੇ ਜੀਵਨ ਵਾਲੇ, ਇੱਕ ਖਿਨ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵਿਕਾਰਾਂ ਵਿੱਚ ਡਿੱਗੇ ਹੋਏ ਵੀ ਸੋਹਣੇ ਜੀਵਨ ਵਾਲੇ ਬਣ ਜਾਂਦੇ ਨੇ ਜਦੋਂ ਗੁਰੂ ਦੀ ਸੰਗਤ ਕਰਕੇ ਪਰਮਾਤਮਾ ਦੇ ਨਾਮ ਦਾ ਰੰਗ ਲੱਗਦਾ ਹੈ, ਪਰਮਾਤਮਾ ਦੇ ਪਿਆਰ ਵਿੱਚ ਆ ਜਾਂਦੇ ਨੇ, ਪਿਆਰ ਵਿੱਚ ਭਿੱਜ ਕੇ ਉਹਦੀ ਇਬਾਦਤ ਕਰਦੇ ਨੇ। ਬੜੀ ਸੋਹਣੀ ਸਾਡੇ ਕੋਲ ਇੱਕ ਘਟਨਾ ਹੈ ਕਿ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਸ਼ਰਨ ਦੇ ਵਿੱਚ ਸੰਗਤਾਂ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਉਂਦੀਆਂ ਨੇ। ਉਹਨਾਂ ਸੰਗਤਾਂ ਦੇ ਨਾਲ ਇੱਕ ਉਹ ਵਿਅਕਤੀ ਆਇਆ ਹੈ ਜਿਹਦਾ ਆਪਣਾ ਜੀਵਨ ਬਹੁਤ ਵਿਕਾਰੀ ਹੋ ਚੁੱਕਾ ਹੈ। ਮਾਤਾ ਪਿਤਾ ਅਮੀਰ ਸਨ, ਕਿਸੇ ਪਦਾਰਥ ਦੀ ਕਮੀ ਨਹੀਂ ਸੀ, ਪਰ ਸੰਗਤ ਮਾੜੀ ਮਿਲ ਗਈ। ਉਹ ਸੰਗਤ ਦਾ ਕਰਕੇ ਜੀਵਨ ਇੰਨਾ ਵਿਕਾਰਾਂ ਵਿੱਚ ਚਲਿਆ ਗਿਆ ਕਿ ਵਿਕਾਰਾਂ ਨੂੰ ਭੋਗਦੇ ਭੋਗਦਿਆਂ ਸਰੀਰ ਨੂੰ ਵੀ ਉਹ ਮਾਰੂ ਰੋਗ ਲੱਗ ਗਿਆ ਜਿਹਦਾ ਇਲਾਜ ਨਹੀਂ,
ਜਿਸ ਰੋਗ ਦਾ ਕਰਕੇ ਸਾਰੇ ਨਫ਼ਰਤ ਕਰਦੇ ਨੇ, ਉਹ ਯਾਰ ਦੋਸਤ ਸੱਜਣ ਮਿੱਤਰ ਵੀ ਸਾਰੇ ਦੂਰ ਚਲੇ ਗਏ, ਪਿੰਡ ਵਾਲਿਆਂ ਵੀ ਪਿੰਡ ਤੋਂ ਬਾਹਰ ਕੱਢਤਾ। ਸੰਗਤਾਂ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਨੇ, ਗੁਰੂ ਦਾ ਸ਼ਬਦ ਗਾਉਂਦੀਆਂ ਜਾ ਰਹੀਆਂ ਨੇ। ਉਹ ਸ਼ਬਦ ਦੀ ਆਵਾਜ਼ ਜਦੋਂ ਕੰਨਾਂ ਵਿੱਚ ਪਈ, ਥੋੜਾ ਸਕੂਨ ਮਿਲਿਆ। ਜਾਣ ਵਾਲਿਆਂ ਨੂੰ ਆਵਾਜ਼ ਦਿੱਤੀ, ਤੁਸੀਂ ਕਿੱਥੇ ਜਾ ਰਹੇ ਹੋ? ਅਸੀਂ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਜਾ ਰਹੇ ਹਾਂ। ਇਹ ਜਿਹੜਾ ਤੁਸੀਂ ਸ਼ਬਦ ਗਾ ਰਹੇ ਸੀ, ਇਹ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ? ਇਹ ਸਾਨੂੰ ਗੁਰੂ ਦੀ ਸ਼ਰਨ ਵਿੱਚੋਂ ਪ੍ਰਾਪਤ ਹੋਇਆ। ਇਹ ਸ਼ਬਦ ਨੂੰ ਸੁਣਨ ਦੇ ਨਾਲ ਮੈਨੂੰ ਸਕੂਨ ਪ੍ਰਾਪਤ ਹੋਇਆ। ਮੈਨੂੰ ਵੀ ਉਸ ਗੁਰੂ ਦੇ ਕੋਲ ਲੈ ਚੱਲੋ, ਮੈਂ ਬਹੁਤ ਦੁਖੀ ਹਾਂ। ਸੰਗਤਾਂ ਦੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ। ਇਹਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਭਾਈ ਪ੍ਰੇਮਾ। ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਗਏ। ਪਤਤ ਪਨੀਤ ਹੋਹੇ ਖਿੰਨ ਭੀਤਰ। ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਕਿਰਪਾ ਵਰਤੀ, ਇਹਦੀ ਦੇਹ ਨੂੰ ਅਰੋਗ ਕੀਤਾ। ਇਹਦੇ ਮਨ ਨੂੰ ਵੀ ਜਿਹੜਾ ਵਿਕਾਰਾਂ ਦਾ ਰੋਗ ਲੱਗਾ ਹੋਇਆ ਸੀ, ਉਸ ਰੋਗ ਨੂੰ ਦੂਰ ਕੀਤਾ। ਤੇ ਜਦੋਂ ਗੁਰੂ ਦੀ ਗੁਰੂ ਪਿਆਰਿਓ ਬਖਸ਼ਿਸ਼ ਹੁੰਦੀ, ਰਹਿਮਤ ਹੁੰਦੀ ਹੈ, ਤੇ ਕੇਵਲ ਉਹਦਾ ਤਨ ਤੇ ਉਹਦੇ ਮਨ ਦਾ ਰੋਗ ਹੀ ਨਹੀਂ ਠੀਕ ਕੀਤਾ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪ ਆਪਣਾ ਬੱਚਾ ਬਣਾ ਕੇ ਵਿਆਹ ਕੀਤਾ। ਗੁਰੂ ਨਾਨਕ ਦੇ ਘਰ ਦਾ ਪ੍ਰਚਾਰਕ ਥਾਪ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਜਦੋਂ ਪਰਮਾਤਮਾ ਦੇ ਨਾਮ ਵਿੱਚ, ਪ੍ਰੇਮ ਵਿੱਚ ਭਿੱਜ ਕੇ ਉਹਨੂੰ ਯਾਦ ਕਰਦੇ ਹਨ, ਅਨੇਕ ਵਕਾਰੀ ਜੀਵਨ ਵਾਲੇ ਵੀ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਜੋ ਜੋ ਕਥਾ ਸੁਣੈ ਹਰ ਕੀਰਤਨ, ਤਾਂ ਕੀ ਦੁਰਮਤ ਨਾਸ। ਜੋ ਜੋ ਵੀ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਪੜ੍ਹਦਾ ਹੈ, ਗਾਉਂਦਾ ਹੈ, ਜੋ ਜੋ ਵੀ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨੂੰ ਸੁਣਦਾ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਸਾਰਿਆਂ ਦੀ ਜਿਹੜੀ ਮਾੜੀ ਮੱਤ ਹੈ ਉਹ ਦੂਰ ਹੋ ਜਾਂਦੀ ਹੈ, ਮਿਟ ਜਾਂਦੀ ਹੈ। ਸਗਲ ਮਨੋਰਥ ਪਾਵੈ ਨਾਨਕ, ਪੂਰਨ ਹੋਵੈ ਆਸ। ਸਗਲ ਮਨੋਰਥ, ਸਾਰੀਆਂ ਆਸਾਂ ਮਨਸਾ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ। ਉਹਨਾਂ ਦੇ ਜੀਵਨ ਦੀ ਜਿਹੜੀ ਆਸ ਹੈ ਉਹ ਪੂਰੀ ਹੋ ਜਾਂਦੀ ਹੈ। ਪਰਮਾਤਮਾ ਦੇ ਨਾਮ ਦੀ ਇਹ ਬਰਕਤ ਹੈ। ਤ੍ਰਿਸ਼ਨਾ ਬੂਝੈ ਹਰਿ ਕੈ ਨਾਮ। ਜੀਵਨ ਦੀ ਹਰ ਪ੍ਰਕਾਰ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਬੁਝ ਜਾਂਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਕਿਰਪਾ ਕਰਕੇ ਸੰਤ ਜਨਾਂ ਦੀ ਸੰਗਤ ਦੇ ਵਿੱਚ ਜੁੜਨ ਦੀ ਪ੍ਰੇਰਨਾ ਕੀਤੀ ਹੈ। ਸੰਤ ਜਨਾਂ ਦੀ ਸੰਗਤ ਵਿੱਚ ਜੁੜ ਕੇ ਪਰਮਾਤਮਾ ਦੇ ਗੁਣਾਂ ਦੀ ਸਾਂਝ ਕਰਨ ਦੀ ਗੱਲ ਕੀਤੀ ਹੈ। ਤੇ ਜਿਹੜੇ ਪਰਮਾਤਮਾ ਦੇ ਗੁਣਾਂ ਦੀ ਸਾਂਝ ਕਰਦੇ ਨੇ, ਉਹਨਾਂ ਦੇ ਜੀਵਨ ਦੀਆਂ ਸਾਰੀਆਂ ਆਸਾਂ ਤੇ ਮਨਸਾ ਪੂਰੀਆਂ ਹੋ ਜਾਂਦੀਆਂ ਹਨ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰ ਦੇਣੀ। ਸਰਬੱਤ ਸੰਗਤਾਂ ਦਾ ਹਾਰਦਿਕ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਰਹਿਮਤ ਵਰਤੀ ਹੈ, ਔਗਣਾਂ ਨੂੰ ਨਾ ਚਤਾਰਦੇ ਹੋਏ ਅਸੀਸ ਬਖਸ਼ਣੀ ਮਿਲੀ ਹੋਈ ਸੇਵਾ ਗੁਰਮਤਿ ਦੇ ਦਾਇਰੇ ਦੇ ਵਿੱਚ ਰਹਿ ਕੇ ਨਿਭਾ ਸਕੀਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮਹਿ ਪਾਇਆ।